ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਭਲਿਓ ਦੀਆਂ ਗੱਲਾਂ ਕਦਮਾਂ ਲਈ ਚਿਰਾਗ ਏ ਤੇ ਰਾਹ ਲਈ ਰੋਸ਼ਨੀ ਹੈ। ਤੇ ਆਓ ਬਹੁਤ ਹੀ ਫਿਰ ਸੰਜੀਦਗੀ ਦੇ ਨਾਲ ਉਸ ਦੀਆਂ ਗੱਲਾਂ ਨੂੰ ਸੁਣ ਲਈਏ। ਤੇ ਜਿਹੜਾ ਬੜੀ ਸੰਜੀਦਗੀ ਦੇ ਨਾਲ ਗੌਰ ਕਰ ਲੇਗਾ, ਤਵੱਜਾ ਕਰ ਲੇਗਾ, ਕਿਉਂਕਿ ਅਬਰਾਨੀਆਂ ਦਾ ਮੁਸੰਨਫ ਪੌਲੁਸ ਰਸੂਲ 2 ਬਾਬ ਉਹਦੀ ਪਹਿਲੀ ਐਤ ਕਹਿੰਦਾ ਹੈ, ਜਿਹੜੀਆਂ ਗੱਲਾਂ ਸੁਣਨਾ ਉਹਨਾਂ ਗੱਲਾਂ ਤੇ ਦਿਲ ਲਾ ਕੇ ਗੌਰ ਕਰ। ਤੇ ਜਦੋਂ ਅਸੀਂ ਦਿਲ ਲਾ ਕੇ ਗੌਰ ਕਰਾਂਗੇ ਤੇ ਇਹੋ ਹੀ ਕਲਾਮ ਫਿਰ ਸਾਡੇ ਵਾਸਤੇ ਭਲਾ ਬਣ ਜਾਏਗਾ। ਅੱਜ ਅਸੀਂ ਹਿਜ਼ਕੀਲ 30 ਬਾਬ ਨੂੰ ਜੇ ਇਸ ਲਈ ਵੇਖਨੇ ਹਾਂ, ਖੁਦਾ ਨੇ ਆਵਾਜ਼ ਦਿੱਤੀ ਹਿਜ਼ਕੀਲ ਨੂੰ ਤੇ ਆਖਿਆ, ਆਦਮਜ਼ਾਤ ਤੂੰ ਨਬੂਵਤ ਕਰ ਤੇ ਚਲਾ ਕੇ ਕਹਿ ਕਿ ਅਫਸੋਸ ਉਸ ਰੋਜ਼ ਉੱਤੇ ਜਿਹੜਾ ਬੱਦਲਾਂ ਦਾ ਰੋਜ਼ ਹੈ, ਕਿਉਂਕਿ ਕੌਮਾਂ ਦੀ ਸਜ਼ਾ ਦਾ ਵੇਲਾ ਹੋਣਾ। ਸਜ਼ਾ ਦਾ, ਕੌਮਾਂ ਦੀ ਸਜ਼ਾ ਦਾ ਵੇਲਾ ਹੋਣਾ ਹੈ ਤੇ ਉਹ ਬੱਦਲਾਂ ਦਾ ਰੋਜ਼ ਹੈ। ਇਮਾਲ ਦੀ ਕਿਤਾਬ ਨੂੰ ਵੇਖਨੇ ਆ, ਪਹਿਲਾ ਬਾਬ ਜਿਸ ਵੇਲੇ ਪੜ੍ਹਦੇ ਆ ਬੜੇ ਪਰੇਸ਼ਾਨ ਹੋ ਗਏ ਰਸੂਲ। ਜਿਸ ਵੇਲੇ ਬਦਲੀ ਆਈ ਹੈ, ਬਦਲੀ ਨੇ ਖੁਦਾਵੰਦ ਯਿਸੂ ਮਸੀਹ ਨੂੰ ਉਹਨਾਂ ਤੋਂ ਅਲੱਗਾ ਕਰ ਦਿੱਤਾ ਹੈ ਤੇ ਉਹ ਵੇਖਣ ਡਏ ਨੇ ਤੇ 2 ਮਰਦ ਜਿਨ੍ਹਾਂ ਦੇ ਸਫੇਦ ਪੋਸ਼ਾਕਾਂ ਪਾਈਆਂ ਹੋਈਆਂ ਨੇ, ਕਿਉਂਕਿ ਉਹ ਬੜੀ ਗੌਰ ਨਾਲ ਸਮਾਨ ਨਾਲ ਵੇਖਣ ਡਏ ਨੇ ਤੇ ਦੁਖੀ ਵੀ ਬੜੇ ਨੇ। ਖੁਦਾਵੰਦ ਯਿਸੂ ਮਸੀਹ ਅਲੱਗਾ ਹੋ ਗਿਆ ਹੈ ਤੇ ਉਹਨਾਂ ਮਰਦਾਂ ਨੇ 11 ਦੇ ਵਿੱਚ ਆਣ ਕੇ ਆਖਿਆ, ਜਿਨ੍ਹਾਂ ਨੇ ਸਫੇਦ ਪੋਸ਼ਾਕਾਂ ਪਾਈਆਂ ਹੋਈਆਂ ਹੈ, ਤੇ ਆਖਿਆ ਹੈ ਕਿ ਗਲੀਲੀ ਮਰਦੋ, ਤੁਸੀਂ ਕਿਉਂ ਅਸਮਾਨ ਦੀ ਤਰਫ ਵੇਖ ਰਹੇ ਹੋ? ਇਹੋ ਯਿਸੂ ਜਿੱਦਾਂ ਤੁਹਾਡੇ ਕੋਲ ਅਸਮਾਨ ਤੇ ਗਿਆ ਹੈ, ਇਸੇ ਤਰ੍ਹਾਂ ਹੀ ਫਿਰ ਅਸਮਾਨ ਦੇ ਉੱਤੋਂ ਵਾਪਸ ਆਵੇਗਾ। ਬੱਦਲਾਂ ਤੇ ਗਿਆ ਹੈ, ਬੱਦਲਾਂ ਦੇ ਉੱਤੇ ਫਿਰ ਇਹ ਵਾਪਸ ਆਵੇਗਾ। ਥਸਲੀਕੇ ਦੀ ਕਲੀਸਿਆ ਨੂੰ ਅਗਾਹ ਕਰਦੇ ਆ, ਰਸੂਲ ਦੱਸਦਾ ਹੈ, ਹੁਣ ਜਿਸ ਵੇਲੇ ਆਵੇਗਾ ਤੇ ਇਹਦੇ ਨਾਲ ਕਵੀ ਫਰਿਸ਼ਤੇ ਹੋਣੇ ਨੇ ਤੇ ਭੜਕਦੀ ਅੱਗ ਹੋਣੀ ਤੇ ਬੱਦਲ ਦੀ ਸਵਾਰੀ ਹੋਣੀ। ਤੇ ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਨਹੀਂ ਮੰਨਦੇ, ਸਾਰੇ ਅਸੀਂ ਕਹਾਂਗੇ ਨਹੀਂ ਜੀ ਇਸ ਤੇ ਮੰਨਦੇ ਆ, ਉਹ ਕਹਿੰਦਾ ਉਹਦੀ ਖੁਸ਼ਖਬਰੀ ਨੂੰ, ਉਹਦੀਆਂ ਗੱਲਾਂ ਨੂੰ ਨਹੀਂ ਮੰਨਦੇ। ਇਹ ਨਹੀਂ ਕਿ ਨਹੀਂ ਮੰਨਦੇ, ਖੁਦਾਵੰਦ ਯਿਸੂ ਮਸੀਹ ਨੂੰ ਤਾਂ ਮੰਨਦੇ। ਅਬਲੀਸ ਵੀ ਕਹਿਣ ਡਿਆ, ਅਸੀਂ ਜਾਣਦੇ ਹਾਂ ਤੂੰ ਖੁਦਾ ਦਾ ਕਦੂਸ ਹੈ। ਅੱਗੇ ਲਿਖਿਆ ਕਿ ਉਹਦੀ ਖੁਸ਼ਖਬਰੀ ਨੂੰ, ਉਹਦੀਆਂ ਗੱਲਾਂ ਨੂੰ ਨਹੀਂ ਮੰਨਦੇ। ਜਿਹੜੀਆਂ ਗੱਲਾਂ ਬਾਪ ਦੀਆਂ ਗੱਲਾਂ, ਉਹ ਕਹਿੰਦਾ ਮੇਰੀਆਂ ਗੱਲਾਂ ਨਹੀਂ ਗੀਆਂ। ਯਹੋਨਾ ਦੀ ਇੰਜੀਲ 12 ਬਾਬ 49 ਤੇ 50 ਐਤ ਪੜ੍ਹੋ ਤੇ ਉੱਥੇ ਪਤਾ ਚੱਲਦਾ ਹੈ। ਯਹੋਨਾ ਦੀ ਇੰਜੀਲ 12 ਬਾਬ 49 ਤੇ 50 ਐਤ। ਸੋ ਲਿਖਿਆ ਮਿਲਦਾ ਹੈ, ਕਿਉਂਕਿ ਮੈਂ ਆਪਣੀ ਤਰਫੋਂ ਕੁਝ ਵੀ ਨਹੀਂ ਕਹਿੰਦਾ, ਮੈਂ ਆਪਣੀ ਤਰਫੋਂ ਕਹਿੰਦਾ ਕੁਝ ਵੀ ਨਹੀਂ ਕਹਿੰਦਾ, ਬਲਕਿ ਬਾਪ ਜਿਸ ਨੇ ਮੈਨੂੰ ਭੇਜਿਆ ਹੈ ਉਸੇ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਵਾਂ ਤੇ ਕੀ ਬੋਲਾਂ। ਉਹ ਮੈਨੂੰ ਹੁਕਮ ਦਿੰਦਾ ਹੈ ਕਿ ਮੈਂ ਕੀ ਕਵਾਂ ਤੇ ਕੀ ਬੋਲਾਂ। ਤੇ ਮੈਂ ਜਾਣਦਾ ਕਿ ਉਹਦਾ ਹੁਕਮ ਹਮੇਸ਼ਾ ਦੀ ਜ਼ਿੰਦਗੀ ਹੈ, ਉਹਦਾ ਹੁਕਮ ਹਮੇਸ਼ਾ ਦੀ ਜ਼ਿੰਦਗੀ ਹੈ
ਤੇ ਮੈਂ ਜੋ ਕੁਝ ਕਹਿਣਾ, ਜਿਸ ਤਰ੍ਹਾਂ ਬਾਪ ਮੈਨੂੰ ਕਹਿੰਦਾ ਹੈ, ਇਸ ਤਰ੍ਹਾਂ ਮੈਂ ਕਹਿਣਾ। ਤੇ ਇਸ ਕਰਕੇ ਸਾਰੀ ਖੁਸ਼ਖਬਰੀ ਯਹੋਨਾ ਪਹਿਲਾ ਬਾਪ ਦੇਖੋ ਤੇ ਲਿਖਿਆ, ਇਬਤਦਾ ਦੇ ਵਿੱਚ ਕਲਾਮ ਸੀ, ਕਲਾਮ ਖੁਦਾ ਦੇ ਨਾਲ ਸੀ, ਤੇ ਕਲਾਮ ਹੀ ਖੁਦਾ ਏ। ਤੇ ਜੇਕਰ ਕਲਾਮ ਖੁਦਾ ਏ ਤੇ ਫਿਰ ਇਹ ਖੁਦਾ ਦੀਆਂ ਗੱਲਾਂ ਏ। ਤੇ ਇਸੇ ਕਰਕੇ ਰਸੂਲ ਥਸਲੀਕੇ ਦੇ ਲੋਕਾਂ ਨੂੰ ਫਿਰ ਦੱਸਦਾ ਹੈ ਕਿ ਜਿਹੜੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ, ਨਹੀਂ ਪਛਾਣਦੇ, ਨਹੀਂ ਮੰਨਦੇ, ਫਿਰ ਉਹ ਕੀ ਕਰੇਗਾ? ਕਿਉਂਕਿ ਲਿਖਿਆ, ਉਹ ਸੱਤ ਚ ਲਿਖਿਆ ਏ, ਤੁਸੀਂ ਜਿਹੜੇ ਮੁਸੀਬਤ ਉਠਾਉਂਦੇ ਹੋ, ਕਲਾਮ ਕਰਦੇ ਹੋ, ਤੁਹਾਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਹੈ। ਉਹ ਰਸੂਲ ਕਹਿੰਦਾ ਸਾਡੇ ਨਾਲ ਉਸ ਵੇਲੇ ਤੁਸੀਂ ਆਰਾਮ ਪਾਓਗੇ, ਕਿਉਂਕਿ ਜਦੋਂ ਖੁਦਾਵੰਦ ਯਿਸੂ ਮਸੀਹ ਆਪਣੇ ਕਵੀ ਫਰਿਸ਼ਤਿਆਂ ਦੇ ਨਾਲ ਭੜਕਦੀ ਹੋਈ ਅੱਗ ਦੇ ਨਾਲ ਅਸਮਾਨ ਤੇ ਉੱਤੋਂ ਜ਼ਾਹਰ ਹੋਏਗਾ, ਤੇ ਉਹ ਜਿਹੜੇ ਖੁਦਾ ਨੂੰ ਨਹੀਂ ਪਛਾਣਦੇ, ਤੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ, ਯਾਨੀ ਗੱਲਾਂ ਨੂੰ, ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ, ਜਿਹੜੀਆਂ ਖੁਦਾ ਨੇ ਗੱਲਾਂ ਆਪਣੇ ਪੁੱਤਰ ਦੇ ਜ਼ਰੀਏ ਕੀਤੀਆਂ, ਤੇ ਉਹਨਾਂ ਨੂੰ ਨਹੀਂ ਮੰਨਦੇ, ਫਿਰ ਉਹ ਉਹਨਾਂ ਤੋਂ ਬਦਲਾ ਲਵੇਗਾ, ਤੇ ਫਿਰ ਉਹ ਖੁਦਾਵੰਦ ਦੇ ਚਿਹਰੇ ਤੋਂ ਦੂਰ ਹੋ ਜਾਣਗੇ। ਤੇ ਅਬਦੀ ਹਲਾਕਤ ਦੀ ਸਜ਼ਾ ਪਾਉਣਗੇ, ਕਿਉਂਕਿ ਕਹੇਗਾ ਕਿ ਗੱਲਾਂ ਤੇ ਮੈਂ ਆਪਣੇ ਬਾਪ ਦੀਆਂ ਕੀਤੀਆਂ ਸੀ, ਪਰ ਮੇਰੀਆਂ ਗੱਲਾਂ ਦਾ ਤੂੰ ਲਿਹਾਜ਼ ਨਹੀਂ ਕੀਤਾ। ਹਾਲਾਂਕਿ ਯਰਮੀਆ 2 ਬਾਬ ਤੇ 31 ਚ ਕਿਹਾ ਗਿਆ ਹੈ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਤੇ ਪਹਿਲਾ ਥਸਲੀਕਿਓ 6 ਬਾਬ 3 ਐਤ ਨੂੰ ਪੜ੍ਹੀਏ ਨਾ, ਤੇ ਲਿਖਿਆ, ਅਗਰ ਕੋਈ ਬੰਦਾ ਔਰ ਤਰ੍ਹਾਂ ਦੀ ਤਲੀਮ, ਯਾਨੀ ਬਾਈਬਲ ਦੀ ਗੱਲ ਨਹੀਂ, ਔਰ ਤਰ੍ਹਾਂ ਦੀ ਤਲੀਮ ਦਿੰਦਾ ਹੈ, ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ, ਜਿਹੜੀਆਂ ਕਲਾਮ ਦੇ ਮੁਤਾਬਕ ਗੱਲਾਂ ਨੇ, ਲਿਖਿਆ ਹੈ, ਉਹਨੂੰ ਨਹੀਂ ਮੰਨਦਾ, ਜਿਹੜੀਆਂ ਹੈ ਦੀਨਦਾਰੀ ਦੇ ਮੁਤਾਬਕ ਨੇ, ਤੇ ਫਿਰ ਲਿਖਿਆ ਉਹ ਮਗਰੂਰ ਹੈ, ਤੇ ਕੁਝ ਵੀ ਨਹੀਂ ਜਾਣਦਾ, ਬਲਕਿ ਉਹਨੂੰ ਬਹਿਸ ਤੇ ਲਫ਼ਜ਼ੀ ਤਕਰਾਰ ਦਾ ਮਰਜ਼ ਹੈ, ਜਿਹਦੇ ਨਾਲ ਹਸਦ ਤੇ ਝਗੜੇ ਤੇ ਬਦਗੋਈਆਂ, ਬਦਗੁਮਾਨੀਆਂ, ਤੇ ਇਹ ਉਹਨਾਂ ਬੰਦਿਆਂ ਦੀ ਰੱਦੋ ਬਦਲ ਦੀ ਵਜ੍ਹਾ ਨਾਲ, ਕਿਉਂਕਿ ਬੰਦੇ ਕਲਾਮ 'ਚ ਰੱਦੋ ਬਦਲ ਕਰਦੇ ਨੇ, ਰੱਦੋ ਬਦਲ ਦੀ ਵਜ੍ਹਾ ਦੇ ਨਾਲ ਪੈਦਾ ਹੁੰਦੀਆਂ ਨੇ, ਜਿਨ੍ਹਾਂ ਦੀ ਅਕਲ ਵਿਗੜੀ ਹੋਈ ਹੈ, ਤੇ ਉਹ ਹੱਕ ਤੋਂ ਮਹਿਰੂਮ ਤੇ ਦੀਨਦਾਰੀ ਨੂੰ ਨਫਾ ਦਾ ਜ਼ਰੀਆ ਹੀ ਸਮਝਦੇ ਨੇ। ਤੇ ਅਸੀਂ ਫਿਰ ਐਸੇ ਲੋਕਾਂ ਦੇ ਪਿੱਛੇ ਲੱਗ ਜਾਂਦੇ ਹਾਂ, ਜਿਨ੍ਹਾਂ ਦੀ ਅਕਲ ਵਿਗੜੀ ਹੋਈ ਹੈ। ਉਹ ਜਿੱਦਾਂ ਉਹਨਾਂ ਨੂੰ ਪਿੱਛੋਂ ਭੇਜਦੇ ਜਾਓ, ਇੱਦਾਂ ਗੱਲ ਕਰਨੀ ਆ, ਉਸੇ ਤਰ੍ਹਾਂ ਹੀ ਅਸੀਂ ਉਹ ਕਰਦੇ ਨੇ, ਤੇ ਅਸੀਂ ਮੰਨ ਲੈਂਦੇ ਹਾਂ। ਤੇ ਅਫਸੋਸ, ਕਿਆ ਉਹਨਾਂ ਨੂੰ ਪਰਖਣ ਵਾਸਤੇ ਸਾਡੇ ਕੋਲ ਕਲਾਮ ਕੋਈ ਨਹੀਂ? ਲੇਕਿਨ ਅਫਸੋਸ ਕਿ ਅਸੀਂ ਉਹਨਾਂ ਦੀ ਗੱਲ ਨੂੰ ਮੋਤਬਰ ਕਰਾਰ ਦਿੰਦੇ ਹਾਂ। ਇਹ ਕਹਿੰਦੇ ਕਿ ਯਿਸੂ ਮਸੀਹ ਨੂੰ ਅਸੀਂ ਮੰਨਦੇ ਹਾਂ, ਪਰ ਉਹਦੀ ਖੁਸ਼ਖਬਰੀ ਨੂੰ ਨਹੀਂ ਮੰਨਣਾ, ਉਹਦੀ ਗੱਲ ਨੂੰ ਨਹੀਂ ਮੰਨਣਾ। ਤੇ ਫਿਰ ਐਸੇ ਲੋਕ, ਲਿਖਿਆ, ਉਹਦੇ ਚਿਹਰੇ ਤੋਂ ਦੂਰ ਹੋ ਕੇ ਅਬਦੀ ਹਲਾਕਤ ਦੀ ਸਜ਼ਾ ਪਾਉਣਗੇ। ਤੇ ਉਹਦਾ ਕਹਿੰਦੇ ਆ ਕਿ ਤੇਰੀ ਬਾਦਸ਼ਾਹੀ ਆਵੇ। ਇਹ ਉਹਦੀ ਬਾਦਸ਼ਾਹੀ ਜਦੋਂ ਆਉਣੀ ਹੈ, ਤੇ ਲਿਖਿਆ, ਕੌਮਾਂ ਦੀ ਸਜ਼ਾ ਦਾ ਵੇਲਾ ਹੋਣਾ ਹੈ। ਅਮੂਸ 5 ਬਾਬ 18 ਤੋਂ ਪੜ੍ਹੀਏ, ਤੇ ਲਿਖਿਆ ਹੈ, ਉਸ ਦਿਨ ਉੱਤੇ ਅਫਸੋਸ, ਤੇ ਤੁਸੀਂ ਉਸ ਦਿਨ ਦੇ ਆਰਜ਼ੂ ਕਿਉਂ ਕਰਦੇ ਹੋ
क्योंकि वो तरीकी का दिन है, रोशनी का दिन नहीं गा। ਉਹਦੇ ਵਿੱਚ सख्त जुल्मत होनी है, क्योंकि वो तरीकी का दिन है। रोशनी का दिन कोई नहीं गा कि ਜਿਹੜਾ ਤੁਸੀਂ ਕਹਿੰਦੇ ਹੋ कि तेरी बादशाही आवे, तो उस बादशाह ने तो फिर उस ਵੇਲੇ आ जाना है। तो जिस ਵੇਲੇ उस बादशाह ने आ जाना है तो फिर होना की है, लिखिया ਤੁਹਾਡੇ ਉੱਤੇ अफसोस ਜਿਹੜਾ खुदावंद ਦੇ दिन ਦੀ आरजू ਕਰਦੇ हो, क्योंकि तैयारी ਕੀਤੀ नहीं। ਤੇ ਐਵੇਂ ਕਹੀ ਜਾਣ ਦੇ ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆਵੇ। ਬਾਦਸ਼ਾਹ ਨੇ ਤੇ ਆ ਜਾਣਾ। ਤੇ ਲਿਖਿਆ ਉਹ ਤਰੀਕੀ ਦਾ ਦਿਨ ਹੋਣਾ, ਤਰੀਕੀ ਦਾ, ਰੋਸ਼ਨੀ ਦਾ ਨਹੀਂ। ਜਿੱਦਾਂ ਕੋਈ ਸ਼ੇਰ ਬੱਬਰ ਤੋਂ ਭੱਜਦਾ ਹੈ ਤੇ ਉਹਨੂੰ ਫਿਰ ਰਿੱਛ ਮਿਲ ਪੈਂਦਾ, ਜਾਂ ਘਰ ਵਿੱਚ ਜਾ ਕੇ ਆਪਣਾ ਹੱਥ ਦੀਵਾਰ ਉੱਤੇ ਰੱਖਦਾ ਹੈ ਤੇ ਫਿਰ ਉਹਨੂੰ ਸੱਪ ਡਸ ਲਏਗਾ। ਕਿਉਂਕਿ ਖੁਦਾਵੰਦ ਦਾ ਦਿਨ तरीकी होएगा, ਉਹਦੇ ਵਿੱਚ रोशनी नहीं होएगी, बल्कि सख्त जुल्मत होएगी ते नूर कोई नहीं होएगा। ते अज वेला है, उस दिन दुआ करिए कि तेरी बादशाही आवे। ये नहीं कि दुआ नहीं छड्डनी, लेकिन तैयारी भी करनी है, ਉਹਦੀ खुशखबरी ਨੂੰ ਮੰਨਣਾ भी है ते गां सुनाउणा भी है हक दी आवाज़ ਨੂੰ। क्योंकि अमसाल 23:16 च लिखिया, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਉਸ ਵੇਲੇ ਮੇਰਾ ਦਿਲ ਸ਼ਾਦਮਾਨ ਹੋ ਜਾਣਾ ਹੈ ਤੇ ਕਲਾਮ ਹੈ ਸੱਚ। ਇਸੇ ਕਰਕੇ ਮਰਕ 16:14 ਨੂੰ ਪੜ੍ਹੀਏ, ਲਿਖਿਆ ਉਹ 11 ਸ਼ਾਗਿਰਦ, ਉਸ ਵੇਲੇ 11 ਰਹਿ ਗਏ ਸੀ, ਕਿਉਂਕਿ 12ਵੇਂ ਨੇ ਫਾਹਾ ਲੈ ਲਿਆ ਸੀ। ਖੁਦਾਵੰਦ ਯਿਸੂ ਮਸੀਹ ਨੇ ਮੌਤ, ਕਬਰ, ਸਲੀਬ ਤੇ ਫਤਹ ਪਾਈ ਤੇ ਉਹਨਾਂ ਦੇ ਵਿੱਚ ਚਲਾ ਗਿਆ ਤੇ ਉਹਨਾਂ 11 ਨੂੰ ਕਹਿੰਦਾ, ਉੱਠੋ, ਤੁਸੀਂ ਖਾਣਾ ਖਾਂਦੇ ਪਏ ਹੋ, ਤੁਹਾਨੂੰ ਨਹੀਂ ਪਤਾ ਤੁਹਾਡੇ ਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉੱਠੋ, ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰੋ, ਤੇ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਏ, ਉਹ ਨਜਾਤ ਪਾਏਗਾ। ਤੁਹਾਡੇ ਹੱਥ ਵਿੱਚ ਨਜਾਤ ਹੈ, ਤੁਸੀਂ ਲੋਕਾਂ ਨੂੰ ਨਜਾਤ ਦੇ ਸਕਦੇ ਹੋ। ਤੁਸੀਂ ਖਾਣੇ ਤੇ ਚੱਕਰ 'ਚ ਹੀ ਪਏ ਹੋਏ ਹੋ, ਠੀਕ ਹੈ, ਖਾਣਾ ਖਾਓ, ਲੇਕਿਨ ਅੰਜੀਲੀ ਮਨਾਦ ਵੀ ਬਣੋ। ਤੇ ਆਓ ਅੱਜ ਵੇਲਾ ਹੈ ਅੰਜੀਲੀ ਮਨਾਦ ਬਣੀਏ, ਕਿਉਂਕਿ ਲੂਕਾ ਪਹਿਲਾ ਬਾਬ ਪਹਿਲੀ ਐ 'ਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਤਰਤੀਬਵਾਰ ਕਲਾਮ ਹੈ ਉਸ ਨੂੰ ਸੁਣਾਇਆ ਜਾਵੇ। ਤੇ ਇਹੋ ਹੀ ਦੁਲਹਨ ਦੀ ਤਿਆਰੀ ਹੈ, ਕਿਉਂਕਿ ਪਹਿਲਾ ਪਤਰਸ ਪਹਿਲਾ ਬਾਬ 9 ਐ 'ਚ ਲਿਖਿਆ, ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਜਾਤ ਹੈ। ਅੰਜੀਲ ਸੁਣਾਉਣਾ, ਜ਼ਿੰਦਗੀ ਦੀਆਂ ਗੱਲਾਂ ਸੁਣਾਉਣੀਆਂ, ਲੋਕ ਸੁਣ, ਲੋਕ ਜ਼ਿੰਦਾ ਹੋਣ, ਰੂਹਾਂ ਬਚਣ। ਤੇ ਅੱਜ ਵੇਲਾ ਬਚਾ ਲਈਏ, ਕਿਉਂਕਿ ਅਮਸਾਲ 6:9 'ਚ ਲਿਖਿਆ, ਐ ਕਾਹਲ ਤੂੰ ਕਦੋਂ ਤੱਕ ਸੁੱਤਿਆ ਰਹਿਣਾ, ਕਿਸ ਵੇਲੇ ਨੀਂਦ 'ਚ ਉੱਠਣਾ ਹੈ। थोड़ी जी नींद एक और, जबकि जरा पड़े पर रहने पर हाथ है। ते मती 13:22 च लिखिया, वो झाड़ियां च जिहड़ा कलाम डिग्गिया, वो दुनिया की फिक्र ते दौलत का फरेब उस कलाम नूं दबा जांदा है। आओ अज दौलत के फरेब चों निकलीए, अज दुनिया की फिक्रां नूं छड्डीए, अज रूहां की फिक्र करिए, अपनी रूह की फिक्र करिए, अपने घराने की रूहां की फिक्र करिए, लोगों दी रूहां की फिक्र करिए, क्योंकि साडे ते ईमान का मकसद ही पहला पतरस पहला बाप 9 दस दिए, साडे ते ईमान का मकसद रूहां की निजात है। आओ आप बचिए, लोगों नूं बचाइए, चंगे रह जाएंगे। खुदावंद तेरा खादम हुंदियां ਜਿਹੜਾ कलाम तू मैनू दिता है कि तेरे लोग अंजीली मनाद बनन, हक की बोली बोलन, आप बचन, लोगों को बचाउण। ये सब कुछ मंगना है यसू दे अजीम ते जलाली नाम का वास्ता दे के, आमीन। सो भी कलाम नूं लाइक करियो, शेयर करियो, बैल का बटन दबाओ, ताकि बर वक्त खुदा का कलाम तुहाडे तक पहुँचे, तुसीं बरकत पाओ। अपने दोस्तां नाल भी इस चैनल नूं जरूर शेयर करना, रब दीआं गल्लां, ताकि तुहाडे दोस्त भी बरकत पाउण।